हेलो, नमस्कार, सत श्री अकाल। सो फिजिक्स यूनिट 1 11th क्वेश्चन आंसर ही ਆਪਾਂ ਦੇਖਦੇ ਪਏ ਹਾਂ। ਸੋ ਹੁਣ ਆਪਾਂ ਅੱਗੇ ਨੈਕਸਟ ਦੇਖਦੇ ਹਾਂ ਕੁਛ ਕੁਐਸਚਨ ਆਂਸਰ। ਆਂਗਸਟਰੋਮ ਐਂਡ ਏਯੂ ਵਿੱਚ ਕੀ ਫਰਕ ਆ? ਸੋ ਆਂਗਸਟਰੋਮ ਐਂਡ ਏਯੂ ਦੇ ਵਿੱਚ ਕੀ ਫਰਕ ਆ? ਆਂਗਸਟਰੋਮ ਦੀ ਵੈਲਿਊ 10 to power -10 ਮੀਟਰ ਹੁੰਦੀ ਆ। ਇਹ ਐਟੋਮਿਕ ਲੈਵਲ 'ਤੇ ਬਰੀਕੀ ਦੇ ਵਿੱਚ ਬੌਂਡਸ ਮੇਜਰ ਕਰਨ ਲਈ ਇੱਕ ਯੂਨਿਟ ਆ। ਬਹੁਤ ਛੋਟੀਆਂ ਦੂਰੀਆਂ ਮਾਈਕਰੋ ਲੈਵਲ 'ਤੇ, ਮਾਈਕਰੋ ਜਾਂ ਸਬ ਮਾਈਕਰੋ ਲੈਵਲ 'ਤੇ ਕਹਿ ਲਓ, ਮਾਈਕਰੋ ਤੋਂ ਵੀ ਹੋਰ ਛੋਟਾ ਐਟੋਮਿਕ ਲੈਵਲ 'ਤੇ, ਸਬ ਮਾਈਕਰੋ ਲੈਵਲ 'ਤੇ ਦੂਰੀਆਂ ਨਾਪਣ ਦੇ ਲਈ ਆਂਗਸਟਰੋਮ ਦਾ ਪ੍ਰਯੋਗ ਕੀਤਾ ਜਾਂਦਾ। ਇਹ ਛੋਟੀ ਇਕਾਈ ਆ ਲੰਬਾਈ ਦੀ। ਏਯੂ ਦੇ ਬਾਰੇ ਆਪਾਂ ਪਹਿਲਾਂ ਵੀ ਜਾਣਕਾਰੀ ਪ੍ਰਾਪਤ ਕੀਤੀ। ਇਹ ਧਰਤੀ ਅਤੇ ਸੂਰਜ ਵਿੱਚ ਔਸਤ ਦੂਰੀ ਆ। ਇਹਦਾ ਮੁੱਲ 1.49 ਗੁਣਾ 10 ਦੀ ਪਾਵਰ 11 ਮੀਟਰ ਹੁੰਦਾ ਆ ਐਸਟਰੋਨੋਮੀਕਲ ਯੂਨਿਟ ਦਾ। ਸੋ ਇਸ ਤਰ੍ਹਾਂ ਆਂਗਸਟਰੋਮ, ਦਿਸ ਇਜ਼ ਨੋਨ ਐਜ਼ ਆਂਗਸਟਰੋਮ ਐਂਡ ਇਹਨੂੰ ਕਹਿੰਦੇ ਆ ਐਸਟਰੋਨੋਮੀਕਲ ਯੂਨਿਟ। ਸੋ ਬੋਥ ਆਰ ਦਾ ਯੂਨਿਟ ਆਫ ਲੈਂਥ, ਦੋਨੋਂ ਹੀ ਲੰਬਾਈ ਦੀ ਯੂਨਿਟ ਆ, ਲੰਬਾਈ ਦੇ ਮਾਤਰਕ ਆ, ਇਕਾਈਆਂ ਆ, ਪਰ ਇਹਨਾਂ ਦੀਆਂ ਵੈਲਿਊਜ਼ ਦੇ ਵਿੱਚ ਫਰਕ ਆ। ਇੱਕ ਸਬ ਅਟੋਮਿਕ ਆ, ਇੱਕ ਮੈਕਰੋਸਕੋਪਿਕ ਵਰਲਡ ਦੇ ਵਿੱਚ ਵੀ ਸਟੈਲਰ ਡਿਸਟੈਂਸਿਸ, ਜਿਹਨੂੰ ਤਾਰਿਆਂ ਦੀਆਂ ਦੂਰੀਆਂ ਨਾਪਣ ਦੇ ਲਈ ਵਰਤਿਆ ਜਾਂਦਾ ਵਾ। ਸੋ ਇਸ ਤਰ੍ਹਾਂ ਇਹ ਤੁਹਾਡੇ ਕੋਲ ਆਂਗਸਟਰੋਮ ਅਤੇ ਏਯੂ ਦੇ ਵਿੱਚ ਫਰਕ ਹੈਗਾ। ਦੈਨ ਵੀ ਹੈਵ ਸਮ ਅਦਰ ਕੁਐਸਚਨਸ। ਸੇ ਯੂਨਿਟ ਤੋਂ ਕੀ ਭਾਵ ਆ? ਜਿੱਦਾਂ ਆਪਾਂ ਕਹਿੰਦੇ ਯੂਨਿਟ, ਆਪਾਂ ਕਹਿੰਦੇ ਰਹਿੰਦੇ ਯੂਨਿਟ। ਸੋ ਵਾਟ ਇਜ਼ ਯੂਨਿਟ? ਸੋ ਯੂਨਿਟ ਤੋਂ ਕੀ ਭਾਵ ਆ? ਸੋ ਇਹ ਇੱਕ ਚੁਣਿਆ ਹੋਇਆ ਸਟੈਂਡਰਡ ਆ। ਇਹ ਉਸੇ ਤਰ੍ਹਾਂ ਦਾ ਹੀ ਹੋਊਗਾ ਜਿਸ ਚੀਜ਼ ਨੂੰ ਅਸੀਂ ਨਾਪਣਾ। ਜੇ ਅਸੀਂ ਲੰਬਾਈ ਨਾਪਣੀ ਆ, ਮੰਨ ਲਓ ਲੰਬਾਈ ਨਾਪਣੀ ਆ, ਤਾਂ ਅਸੀਂ ਲੰਬਾਈ ਦਾ ਇੱਕ ਸਟੈਂਡਰਡ ਬਣਾ ਲਿਆ ਕਿ ਆਹ ਇੱਕ ਲੰਬਾਈ ਦਾ ਸਟੈਂਡਰਡ ਆ, ਇਹਨੂੰ ਅਸੀਂ 1 ਮੀਟਰ ਕਹਿੰਦੇ ਹਾਂ, ਅਤੇ ਸਾਰੀ ਦੁਨੀਆ ਇਹਨੂੰ ਹੀ 1 ਮੀਟਰ ਕਹੂਗੀ। ਇਹ ਜਿਹੜੀ ਚੀਜ਼ ਆ, ਇਹ ਜਿਹੜੀ ਲੰਬਾਈ ਆ, ਇਹਨੂੰ ਹੀ ਸਾਰੀ ਦੁਨੀਆ 1 ਮੀਟਰ ਕਹੂਗੀ। ਇਹ ਅਸੀਂ ਇੱਕ ਸਟੈਂਡਰਡ ਬਣਾ ਲਿਆ, ਚੁਣ ਲਿਆ। ਜੇ ਲੰਬਾਈ ਨਾਪਣੀ ਆ ਤਾਂ ਲੰਬਾਈ ਦਾ ਸਟੈਂਡਰਡ ਲੰਬਾਈ ਹੀ ਹੋਊਗਾ। ਫਿਰ ਅਸੀਂ ਸਾਰੀਆਂ ਲੰਬਾਈਆਂ ਇਹ ਵਾਲੇ ਦੇ ਨਾਲ ਨਾਪ ਕੇ ਲੰਬਾਈਆਂ ਨਾਪ ਲਾਂਗੇ ਕਿ 10 ਮੀਟਰ, 20 ਮੀਟਰ, 30 ਮੀਟਰ ਕਿੰਨਾ ਹੋ ਗਿਆ। ਸੋ ਯੂਨਿਟ ਕੀ ਆ? ਸੋ ਯੂਨਿਟ ਇਜ਼ ਚੂਜ਼ਨ ਸਟੈਂਡਰਡ ਆਫ ਸੇਮ ਕਾਇੰਡ। ਕਾਇੰਡ ਮੈਨੇ ਹੁੰਦਾ ਕਿਸਮ, ਉਸੇ ਕਿਸਮ ਦਾ। ਸੇਮ ਕਾਇੰਡ, ਕਾਇੰਡ ਮੈਨੇ ਕਿਸਮ, ਪ੍ਰਕਾਰ, ਉਸੇ ਪ੍ਰਕਾਰ ਦਾ, ਉਸੇ ਤਰ੍ਹਾਂ ਦਾ, ਜਿਹੜੀ ਫਿਜ਼ੀਕਲ ਕੁਆਂਟੀਟੀ ਨੂੰ ਨਾਪਣਾ ਵਾ। ਇਟ ਇਜ਼ ਚੂਜ਼ਨ ਸਟੈਂਡਰਡ, ਇਹ ਚੁਣਿਆ ਹੋਇਆ ਆ ਸਟੈਂਡਰਡ। ਸੋ ਇਹ ਸਟੈਂਡਰਡ ਚੂਜ਼ਨ ਸਟੈਂਡਰਡ ਆ, ਠੀਕ ਹੈ, ਚੁਣਿਆ ਹੋਇਆ ਸਟੈਂਡਰਡ ਆ। ਆਫ ਦਾ ਸੇਮ ਕਾਇੰਡ ਟੇਕਨ ਐਜ਼ ਰੈਫਰੈਂਸ, ਇਹਨੂੰ ਅਸੀਂ ਰੈਫਰੈਂਸ ਲੈਂਦੇ ਹਾਂ, ਰੈਫਰੈਂਸ ਦੀ ਤਰ੍ਹਾਂ ਵਰਤਦੇ ਹਾਂ। ਐਂਡ ਇਜ਼ ਯੂਜ਼ ਟੂ ਮੇਜਰਡ ਫਿਜ਼ੀਕਲ ਕੁਆਂਟਿਟੀ, ਅਤੇ ਜਿਹੜੀ ਫਿਜ਼ੀਕਲ ਕੁਆਂਟਿਟੀ ਨੂੰ ਅਸੀਂ ਮੇਜਰ ਕਰਨਾ ਹੁੰਦਾ ਉਹਦੇ ਲਈ ਅਸੀਂ ਇਹਦੀ ਵਰਤੋਂ ਕਰਦੇ ਹਾਂ। ਸੋ ਕੋਈ ਫਿਜ਼ਿਕਸ ਦੀਆਂ ਬ੍ਰਾਂਚਿਸ ਦਾ ਨਾਮ ਦੱਸ ਦਿਓ। ਫਿਜ਼ਿਕਸ ਵਿੱਚ ਕੋਈ ਬ੍ਰਾਂਚਿਸ ਆਉਂਦੀਆਂ ਆ, ਬ੍ਰਾਂਚਿਸ ਉਹ ਫਿਜ਼ਿਕਸ ਦੀਆਂ ਸ਼ਾਖਾਵਾਂ, ਉਹਦੀਆਂ ਗਾਂ ਫਿਜ਼ਿਕਸ ਨੂੰ ਜੇ ਆਪਾਂ ਦਰਖਤ ਮੰਨ ਲਈਏ ਤਾਂ ਇਹਦੀਆਂ ਗਾਂ ਕਿੰਨੀਆਂ ਬੜੀਆਂ ਬ੍ਰਾਂਚਿਸ ਹੋ ਸਕਦੀਆਂ ਆ। ਉਹਦੇ ਵਿੱਚ ਕਹਿੰਦੇ ਕੋਈ ਦੱਸ ਦਿਓ, ਜਿੱਦਾਂ ਮਕੈਨਿਕਸ ਹੋ ਗਈ, ਜਾਂਤਰਿਕੀ, ਜਾਂ ਇਲੈਕਟ੍ਰੋਮੈਗਨੇਟਿਜ਼ਮ ਹੋ ਗਈ, ਬਿਜਲ ਚੁੰਬਕੀ ਜਿਹੜੀ ਹੈਗੀ ਆ, ਗੱਲਾਂ ਬਾਤਾਂ ਆਪਾਂ ਕਰਦੇ ਹਾਂ ਵੀ ਬਿਜਲੀ ਦੇ ਚੁੰਬਕ ਦਾ ਆਪਸ ਵਿੱਚ ਸੰਬੰਧ ਆ, ਇਹ ਇੱਕ ਦੂਸਰੇ ਨਾਲ ਜੁੜੇ ਹੋਏ ਆ। ਸੋ ਉਹਦੀ ਪੜ੍ਹਾਈ ਆਪਾਂ ਕਰਦੇ ਹਾਂ। ਸੋ ਉਹ ਇਲੈਕਟ੍ਰੋਮੈਗਨੇਟਿਜ਼ਮ ਹੈਗਾ ਵਾ। ਸੋ ਦੈਨ ਯੂ ਹੈਵ ਕਿ 1 ਕਿਲੋਗ੍ਰਾਮ ਜਿਹੜਾ ਹੈਗਾ ਅਤੇ 1 ਮਿਲੀਗ੍ਰਾਮ ਦੇ ਵਿੱਚ ਕੀ ਸੰਬੰਧ ਹੋ ਸਕਦਾ ਵਾ? 1 ਕਿਲੋਗ੍ਰਾਮ ਅਤੇ 1 ਮਿਲੀਗ੍ਰਾਮ ਦੇ ਵਿੱਚ ਕੀ ਸੰਬੰਧ ਹੋ ਸਕਦਾ? ਸੋ 10 ਦੀ ਪਾਵਰ 6 ਮਿਲੀਗ੍ਰਾਮ ਜਿਹੜੇ ਹੈਗੇ ਆ ਉਹ 1 ਕਿਲੋਗ੍ਰਾਮ ਦੇ ਬਰਾਬਰ ਹੋ ਸਕਦੇ ਆ। ਇੱਕ ਹੈਗਾ ਵੀ ਜੇ NM ਲਿਖਿਆ ਹੋਵੇ, ਜੇ M ਛੋਟਾ n ਵੱਡਾ ਲਿਖਿਆ ਹੋਵੇ, ਜੇ NM ਲਿਖਿਆ ਹੋਵੇ ਤਾਂ ਇਹਨਾਂ ਦਾ ਕੀ ਮਤਲਬ ਆ? ਸੋ ਆਹ ਵਾਲਾ NM ਲਿਖਿਆ, ਦੋਨੋਂ ਅੱਖਰ ਛੋਟੇ ਆ, ਅਤੇ ਨੈਨੋਮੀਟਰ ਲਿਖਿਆ ਵਾ, ਨੈਨੋਮੀਟਰ ਨਾਲ ਜੁੜ ਕੇ। ਸੋ ਦਿਸ ਇਜ਼ ਨੈਨੋਮੀਟਰ। ਜੇ ਇੱਦਾਂ ਲਿਖਿਆ
then it is milli newton, तो जे nm लिखिया then it is newton meter, so nm is nanometer, mn is milli newton and nm is newton meter। सो n ਜਦੋਂ ਕੱਲਾ n ਲਿਖਿਆ ਵਾ ਵੱਡਾ ਅੱਖਰ ਆ, ਇੱਥੇ ਛੋਟਾ n ਲਿਖਿਆ ਸੀ ਨੈਨੋ, ਆ ਵੱਡਾ n ਨਿਊਟਨ ਆ, ਪਰ ਜਦੋਂ ਆ ਆਪਾਂ ਪੂਰੇ ਸਪੈਲਿੰਗ ਲਿਖਤੇ ਤਾਂ ਫਿਰ n ਛੋਟਾ ਪਿਆ। ਇਹ ਗੱਲ ਦਾ ਧਿਆਨ ਰੱਖਣਾ, ਜੇ ਮੈਂ n ਵੱਡਾ ਨਿਊਟਨ ਲਿਖਦਾ ਇਹ ਕਿਸੇ ਬੰਦੇ ਦਾ ਨਾਂ ਆ, ਵੱਡੇ n ਤੋਂ ਹਮੇਸ਼ਾ ਵਿਅਕਤੀ ਦਾ ਨਾਂ ਸ਼ੁਰੂ ਹੁੰਦਾ ਵਾ ਵੱਡੇ ਅੱਖਰ ਤੋਂ, ਤਾਂ ਜੇ ਆਪਾਂ ਉਹਨੂੰ ਯੂਨਿਟ ਦੀ ਤਰ੍ਹਾਂ ਵਰਤਣਾ ਤਾਂ ਫਿਰ ਛੋਟਾ ਅੱਖਰ ਅਸੀਂ ਵਰਤਾਂਗੇ, n ਛੋਟਾ, ਜੇ ਪੂਰੇ ਸਪੈਲਿੰਗ ਲਿਖਣੇ ਆ ਤਾਂ n ਛੋਟਾ। ਸੋ ਇਸ ਤਰ੍ਹਾਂ ਜੇ ਅਸੀਂ ਕਿਸੇ ਟਾਵਰ ਦੀ ਹਾਈਟ ਨਾਪਣੀ ਹੋਵੇ, ਕੋਈ ਟਾਵਰ ਜਿੱਦਾਂ ਅੱਜ ਕੱਲ੍ਹ ਤੁਸੀਂ ਦੇਖਦੇ ਹੋ ਕਿ ਉਹ ਬੜੀ ਉਚਾਈ 'ਤੇ ਟਾਵਰ ਲੱਗੇ ਹੋਏ ਆ ਮੋਬਾਈਲਾਂ ਦੇ, ਜਾਂ ਕੋਈ ਹੋਰ ਟਾਵਰ ਵੀ ਹੋ ਸਕਦਾ, ਜਾਂ ਕੋਈ ਬ੍ਰਿਕਸ਼ ਹੋ ਸਕਦਾ ਵਾ, ਵੀ ਉਹਦੀ ਅਸੀਂ ਉਚਾਈ ਨਾਪਣੀ ਆ, ਹੈ ਨਾ। ਮੰਨ ਲਓ ਕਿ ਸਮਥਿੰਗ ਲਾਈਕ ਦਿਸ, ਵੀ ਇੱਦਾਂ ਤੁਸੀਂ ਇੱਥੇ ਖੜ੍ਹੇ ਹੋ, ਹੈ ਨਾ। ਸੋ ਇੱਥੇ ਖੜ੍ਹ ਕੇ ਤੁਸੀਂ ਤੁਹਾਨੂੰ ਕਹੀਏ ਕਿ ਆਹ ਕੋਈ ਦਰਖਤ ਆ ਇੱਥੇ, ਸੋ ਦੇਰ ਇਜ਼ ਸਮ ਟਰੀ ਔਰ ਦੇਰ ਇਜ਼ ਸਮ ਟਾਵਰ, ਤਾਂ ਇਹਦੀ ਇੱਥੇ ਤੱਕ ਆਪਾਂ ਆਹ ਨਾਪਣੀ ਆ ਵੀ ਆਹ ਵਾਲੀ ਉਚਾਈ ਨਾਪਣੀ ਆ, ਇਹ ਕਿੱਦਾਂ ਨਾਪਾਂਗੇ। ਸੋ ਇਹਦੇ ਲਈ ਆਪਾਂ ਟ੍ਰੈਂਗੂਲੇਸ਼ਨ ਮੈਥਡ ਯੂਜ਼ ਕਰਾਂਗੇ। ਤੁਹਾਨੂੰ ਪੁੱਛ ਸਕਦਾ ਕੋਈ ਕਿ ਵੀ ਜੇ ਤੁਸੀਂ ਕਿਸੇ ਟਾਵਰ ਦੀ ਹਾਈਟ ਨਾਪਣੀ ਹੋਵੇ ਤਾਂ ਤੁਸੀਂ ਕਿਹੜਾ ਮੈਥਡ ਜਿਹੜਾ ਹੈਗਾ ਉਹ ਯੂਜ਼ ਕਰੋਗੇ। ਸੋ ਤੁਸੀਂ ਟ੍ਰੈਂਗੂਲੇਸ਼ਨ ਮੈਥਡ ਜਿਹੜਾ ਹੈਗਾ ਉਹ ਯੂਜ਼ ਕਰੋਗੇ। ਟ੍ਰੈਂਗਲ ਤੋਂ ਬਣ ਜਾਣਾ ਇਹ ਟ੍ਰੈਂਗੂਲੇਸ਼ਨ। ਆ ਜਿਹੜਾ ਸ਼ਨ ਆਵਾਜ਼ ਆਉਂਦੀ ਆ, ਦੇਖੋ ਸ਼ਨ ਇਕੱਠਾ ਹੀ ਹੁੰਦਾ, ਇੱਕ ਸ਼ਨ ਇੱਦਾਂ ਹੁੰਦਾ ਵਾ SION ਸ਼ਨ, ਜਿਹਦਾ ਟੈਨਸ਼ਨ, ਅਤੇ ਇੱਕ ਸ਼ਨ ਆਹ ਵਾਲਾ ਹੁੰਦਾ TION। ਸੋ ਇਹ ਬੋਲਣ ਪੜ੍ਹਨ ਲੱਗੇ ਤੁਹਾਨੂੰ ਆਪੇ ਹੀ ਸਮਝ ਲੱਗ ਜੂਗਾ ਕਿ ਜਦੋਂ ਤੁਸੀਂ ਜ਼ਿਆਦਾ ਪੜ੍ਹੋਗੇ ਆਪੇ ਤੁਹਾਨੂੰ ਅੱਖਰ ਯਾਦ ਹੋ ਜਾਣਗੇ ਵੀ ਇੱਥੇ ਕਿਹੜਾ ਸ਼ਨ ਆਇਆ ਸੀਗਾ। ਸੋ ਟ੍ਰੈਂਗੂਲੇਸ਼ਨ ਮੈਥਡ। ਸੋ ਯੂ ਹੈਵ ਲੇਜ਼ਰ ਦਾ ਕੀ ਫੁੱਲ ਫਾਰਮ ਕੀ ਆ? ਲੇਜ਼ਰ ਦੀ ਫੁੱਲ ਫਾਰਮ ਹੈਗੀ ਲਾਈਟ ਐਂਪਲੀਫਿਕੇਸ਼ਨ ਬਾਏ ਸਟਿਮੂਲੇਟਡ emission of radiation। ਲਾਈਟ ਐਂਪਲੀਫਿਕੇਸ਼ਨ ਆ ਵਿੱਚ ਉੱਦਾਂ ਹੀ ਫਾਲਤੂ ਆ, ਮਤਲਬ ਇਹ ਵਿੱਚ ਨਹੀਂ ਆਇਆ ਇਹ, ਪਰ ਪੂਰੀ ਗੱਲ ਕਰਨ ਲਈ ਇਹ ਵਿੱਚ ਪਾਉਣਾ ਪੈਣਾ। ਬਾਏ S ਤੋਂ ਹੋ ਗਿਆ ਸਟਿਮੂਲੇਟਡ, ਇਹ ਤੋਂ ਹੋ ਗਿਆ emission ऑफ भी फालतू आ गया, ये नहीं आया, ऑफ रेडिएशन। सो लेज़र का मतलब की हैगा, जे तुहानूं कोई पुछे कि लेज़र का पूरा जिहड़ा नाम आ वो दसो, फुल फॉर्म की आ। सो लाइट एंपलीफिकेशन मतलब रोशनी प्रकाश नूं एंपलीफाइड प्रवर्धित किया, प्रवर्धन किया, उन्होंने वड्डा किया, ज़्यादा किया, एंपलीफाई किया। जिद्दां एंपलीफायर ना लाउड स्पीकर च आपां बोलदे आ ਤਾਂ ਅਸੀਂ ਜਦੋਂ ਹੈਲੋ ਕਰਦੇ, ਮਾਈਕ ਟੈਸਟਿੰਗ ਹੈਲੋ ਸਪੀਕਰ ਲਾਉਂਦੇ ਹਾਂ, ਕੀਰਤਨ ਕਰਦੇ ਹਾਂ, ਜਗਰਾਤਾ ਕਰਦੇ ਹਾਂ, ਜਾਂ ਕੋਈ ਹੋਰ ਗਾਣੇ ਵਜਾਣੇ ਦਾ ਪ੍ਰੋਗਰਾਮ ਕਰਦੇ ਹਾਂ, ਜਾਂ ਭਾਸ਼ਣ ਦੇਣਾ ਹੁੰਦਾ ਤਾਂ ਲਾਊਡ ਸਪੀਕਰ ਲਾਉਂਦੇ ਹਾਂ, ਫਿਰ ਉਹਦੇ 'ਚ ਸਾਡੀ ਆਵਾਜ਼ ਉੱਚੀ ਹੋ ਜਾਂਦੀ ਹੈ। ਅਸੀਂ ਕਹਿੰਦੇ ਐਂਪਲੀਫਾਇਰ ਲਾ ਲਿਆ ਆਪਾਂ ਨੇ। ਸੋ ਐਂਪਲੀਫਿਕੇਸ਼ਨ ਵੱਲੋਂ ਜ਼ਿਆਦਾ ਕਰਨਾ, ਉਹ ਚੀਜ਼ ਘੱਟ ਸੀ ਉਹਨੂੰ ਜ਼ਿਆਦਾ ਕੀਤਾ। ਸੋ ਲਾਈਟ ਨੂੰ ਐਂਪਲੀਫਾਈ ਕੀਤਾ, ਬਾਏ ਮੈਨੇ ਕਿਸ ਤਰ੍ਹਾਂ ਕੀਤਾ, ਬਾਏ ਦੁਆਰਾ ਇਸ ਤਰ੍ਹਾਂ ਕੀਤਾ, ਮਤਲਬ ਲਾਈਟ ਨੂੰ ਐਂਪਲੀਫਾਈ ਕੀਤਾ ਸਟਿਮੂਲੇਟਡ emission, ਸਟਿਮੂਲੇਟ ਕਰਕੇ। ਸਟਿਮੂਲੇਟ ਦਾ ਕੀ ਮਤਲਬ ਹੁੰਦਾ, ਜਿੱਦਾਂ ਹੁਣ ਤੁਹਾਨੂੰ ਹਾਸਾ ਨਾ ਆਉਂਦਾ ਹੋਵੇ ਤਾਂ ਫਿਰ ਤੁਹਾਨੂੰ ਹਸਾਉਣ ਲਈ ਕੀ ਕਰਾਂਗੇ ਆਪਾਂ, ਫਿਰ ਤੁਹਾਨੂੰ ਜ਼ਿਆਦਾ ਚੁਟਕਲਾ ਸੁਣਾਵਾਂਗੇ ਜਾਂ ਕੁਤਕਧਾਰੀਆਂ ਕੱਢਾਂਗੇ, ਹੈ ਨਾ। ਤਾਂ ਫਿਰ ਆਪਾਂ ਦੇਖਦੇ ਹਾਂ ਕਿ ਲਾਈਟ ਐਂਪਲੀਫਿਕੇਸ਼ਨ ਬਾਏ ਸਟਿਮੂਲੇਟਡ, ਮਤਲਬ ਸਟਿਮੂਲੇਟ ਕਰਕੇ। ਜੇ ਤੁਹਾਨੂੰ ਰਵਾਉਣਾ ਹੈ ਤਾਂ ਤੁਹਾਡੇ ਚੁੰਡੀ ਵੱਢ ਦਿਓ ਜਾਂ ਥੱਪੜ ਮਾਰ ਦਿਓ, ਹੈ ਨਾ, ਜਾਂ ਕੁੱਟ ਦਿਓ ਤਾਂ ਤੁਸੀਂ ਰੋਣ ਲੱਗ ਜੂਗੇ। ਸੋ ਜਿੱਦਾਂ ਇੱਕ ਛੋਟਾ ਬੱਚਾ ਹੈਗਾ, ਉਹਨੂੰ ਮਾੜਾ ਜਿਹਾ ਵੀ ਉਹਨੂੰ ਹਿਲਾ ਦਿਓ, ਉਹਦਾ ਖਿਡੌਣਾ ਖੋਲ੍ਹੋ ਤਾਂ ਉਹਨੇ ਰੋਣ ਲੱਗ ਜਾਣਾ, ਮੀਨਸ ਤੁਸੀਂ ਉਹ ਚੁੱਪ ਕਰਕੇ ਬੈਠਾ ਸੀ, ਸਟਿਮੂਲੇਟ ਕਰਤਾ ਉਹਨੂੰ, ਮਤਲਬ ਕਿ ਜਿਹੜੀ ਚੀਜ਼ ਜਾਣ ਬੁੱਝ ਕੇ ਕੀਤੀ ਗਈ। ਸੋ ਲਾਈਟ ਐਂਪਲੀਫਿਕੇਸ਼ਨ ਬਾਏ ਸਟਿਮੂਲੇਟ ਕੀਤਾ, ਕੀ ਕੀਤਾ, emission, ਸਟਿਮੂਲੇਟਡ emission ਆਫ ਰੇਡੀਏਸ਼ਨ। ਜਿਹੜੀਆਂ ਰੇਡੀਏਸ਼ਨਸ ਦੀ ਵਿੱਚ emission ਆ, ਉਤਸਰਜਨ ਆ, ਉਹਦੇ 'ਚੋਂ ਮਤਲਬ ਉਹਨੂੰ ਨਿਕਲਣ ਦਿੱਤਾ, ਵੀ ਉਹਦੇ 'ਚੋਂ ਕੱਢ ਕੇ ਸਟਿਮੂਲੇਟ ਕਰਵਾ ਕੇ ਵਿਕਿਰਨਾਂ ਜਿਹੜੀਆਂ ਵਾ ਰੇਡੀਏਸ਼ਨ ਮੈਨੇ ਵਿਕਿਰਨਾਂ ਉਹਨਾਂ ਨੂੰ ਕਢਾ ਕੇ ਉਹਨਾਂ ਨੂੰ ਵੱਡੇ ਕਰਵਾਇਆ ਗਿਆ। ਸੋ ਖੈਰ ਉਹਦੀ ਪੂਰੀ ਕਹਾਣੀ ਆ ਵੀ ਲੇਜ਼ਰ ਹੁੰਦੀ ਕੀ ਆ, ਉਹਦਾ ਪ੍ਰੋਪਰ ਪ੍ਰੋਸੈਸ ਆ। ਜਸਟ ਤੁਸੀਂ ਇਹ ਸਮਝ ਲਓ ਕਿ ਲੇਜ਼ਰ ਮੈਨੇ ਕੀ ਹੁੰਦਾ, ਲਾਈਟ ਐਂਪਲੀਫਿਕੇਸ਼ਨ ਬਾਏ ਸਟਿਮੂਲੇਟਡ emission ਆਫ ਰੇਡੀਏਸ਼ਨ।
ਇੱਦਾਂ ਹੀ ਆਪਣੇ ਕੋਲ ਰਡਾਰ ਸ਼ਬਦ ਹੁੰਦਾ ਵਾ। ਰਡਾਰ ਸ਼ਬਦ ਜਿਹੜਾ ਹੈਗਾ, ਸੋ ਰਡਾਰ ਤੋਂ ਕੀ ਭਾਵ ਹੈਗਾ, ਸੋ ਵੀ ਹੈਵ ਰਡਾਰ, RADAR, ਸੋ ਰੇਡੀਓ डिटेक्शन एंड रेंजिंग, सो रेडियो डिटेक्शन एंड रेंजिंग, सो रेडियो डिटेक्शन एंड रेंजिंग। सो इस तरह ये जोड़े शब्द आ, सो ये फुल फॉर्म है अपने को। सो दैन यू मे बी आस्क्ड कि साढ़े को जोड़े यूनिट दे जोड़े सिस्टम आ वो किन्नी तरह के सिस्टम हैगे आ यूनिट्स दे। सो जिद्दां आपां नूं पता ही आ कि अपने कोल ਤੁਹਾਨੂੰ क्वेश्चन पुछ लोगे कि किन्नी तरह के यूनिट हो सकते हैं। सो तुसीं उहदा की आंसर देना कि साढ़े कोल 4 तरह के यूनिट आ, किहड़े-किहड़े। सो यू हैव MKS, यू हैव CGS, यू हैव FPS, यू हैव SI, इंटरनेशनल सिस्टम ऑफ यूनिट। सो इस तरह तुहाडे कोल ये 4 तरह के जिहड़े सिस्टम आ यूनिट्स दे। सो दैन ਤੁਹਾਡੇ ਕੋਲ ਪ੍ਰਿੰਸੀਪਲ ਹੋਮੋਜੀਨਿਟੀ ਪੁੱਛਿਆ ਜਾ ਸਕਦਾ। ਵਾਟ ਇਜ਼ ਪ੍ਰਿੰਸੀਪਲ ਆਫ ਹੋਮੋਜੀਨਿਟੀ? ਮੈਨੂੰ ਗਲਤ ਬੋਲਣ ਲੱਗਾ, ਪ੍ਰਿੰਸੀਪਲੀ ਗਲਤ ਬੋਲਿਆ ਮੈਂ, ਪ੍ਰਿੰਸੀਪਲੀ ਜਾਣ ਕੇ ਗਲਤ ਬੋਲਿਆ ਕਿਉਂਕਿ ਇਹਦੇ ਪਿੱਛੇ ਸਪੈਲਿੰਗ PLE ਹੈਗੇ ਆ। ਬੋਲਣਾ ਇਹਨੂੰ ਪ੍ਰਿੰਸੀਪਲ ਹੀ ਆ, ਜਿੱਦਾਂ ਸਕੂਲ ਦਾ ਪ੍ਰਿੰਸੀਪਲ ਹੁੰਦਾ ਜਾਂ ਮੁਖੀ ਹੁੰਦਾ ਪ੍ਰਿੰਸੀਪਲ, ਉਹ 'ਚ PAL ਹੁੰਦਾ ਨਾ, PAL ਪ੍ਰਿੰਸੀਪਲ। ਪ੍ਰਿੰਸੀਪਲ ਕਹਿੰਦੇ ਆ ਉਹਨੂੰ ਵੀ, ਇਹਨੂੰ ਵੀ ਪ੍ਰਿੰਸੀਪਲ ਹੀ ਕਹਿੰਦੇ ਆ, ਬਟ ਇਹਦੇ ਸਪੈਲਿੰਗ ਹੈਗੇ ਪ੍ਰਿੰਸੀਪਲੀ। प्रिंसीपली मैंने सिद्धांत या नियम, ठीक है। प्रिंसिपल ऑफ होमोजेनिटी, होमोजेनिटी ऑफ डिमेंशंस। सो प्रिंसिपल ऑफ होमोजेनिटी ऑफ डिमेंशंस, प्रिंसिपल ऑफ होमोजेनिटी ऑफ डिमेंशंस एक ही कहता हैगा, ये कहता हैगा कि डिमेंशंस इट स्टेट्स दैट dimensions, मैं शॉर्टकट लिखन लगा, on left hand side and right hand side of an equation, so किसी equation दे विच, समीकरण दे विच for all the terms, सारियां उहदे जिन्नियां भी terms होणगियां, पद होणगे, for all the terms are separately equal। सो ये प्रिंसीपल ऑफ होमोजेनिटी आ। सो एक ही कहता हैगा कि जिहड़ियां खब्बे पासे ते सज्जे पासे टर्म्स हुंदियां आ, वो सारियां टर्म्स जिहड़ियां कि ऐड हुंदियां जां सबट्रैक्ट हुंदियां, उन्हां सारियां दियां जिहड़ियां डिमेंशनस आ वो सेम हुंदियां। जिद्दां फॉर एग्जांपल मान लो कि तुहानूं कहा जावे कि साडे कोल आह मान लो कि कोई एक्सप्रैशन लिखा वा V इज़ इक्वल टू AT प्लस BT डिवाइड बाय C प्लस T। ये V वेलोसिटी आ, B वेलोसिटी आ, T टाइम आ, तो बाकी कौन कौन होगा फिर? देखो इधर कल्ली वेलोसिटी आ, एक पासा आ गया, आ खब्बा पासा आ गया लैफ्ट हैंड साइड, तो आ वाला बराबर है राइट हैंड साइड। थोड़े सज्जे हत्थ है ना, थोड़ा सज्जा हत्थ आ, खब्बा हत्थ, खब्बे हत्थ कल्ली वेलोसिटी आ। ये वेलोसिटी दी जो डिमेंशन होणगियां वो सारे आ वाले एक्सप्रैशन दी डिमेंशन वेलोसिटी वालियां होणगियां। ਇਹਦੇ ਵਿੱਚ पर की होया, ਇਹਦੇ ਵਿੱਚ दो गल्लां हो गईयां। ਇਹਦੇ ਵਿੱਚ जमा का निशान आ गया, AT एक गल हो गई, एक टर्म, जमा BT बटा C जमा T दूजी टर्म हो गई। ਜਦੋਂ जमा ਤੇ ਘਟਾ ਆ ਜਾਂਦਾ ਵਿੱਚ ਇਦਾਂ ਕਰਕੇ, ਇੱਥੇ ਜਮਾ ਹੁੰਦਾ ਜਾਂ ਮਾਈਨਸ ਹੁੰਦਾ, ਤਾਂ ਫਿਰ ਆ ਇੱਕ ਟਰਮ ਅਲੱਗ ਮੰਨੀ ਜਾਣੀ ਆ, ਦੂਜੀ ਟਰਮ, ਦੋ ਟਰਮ ਮੰਨੀਆਂ ਜਾਣੀਆਂ। ਇਹ ਹੁਣ ਇਹ 'ਚ ਟੀ ਟਾਈਮ ਹੈਗਾ ਸੀ, ਇਹਦਾ ਮਤਲਬ ਜੇ ਆ ਟੀ ਟਾਈਮ ਆ ਤਾਂ A ਤੇ T ਨੂੰ ਮਿਲ ਕੇ ਕੀ ਹੋਣਾ ਚਾਹੀਦਾ? ਵੈਲੋਸਿਟੀ। A ਤੇ ਕਿਉਂਕਿ ਇੱਧਰ ਵੈਲੋਸਿਟੀ ਸੀ, ਇਸ ਕਰਕੇ AT ਦੀਆਂ ਡਿਮੈਂਸ਼ਨਸ ਕਾਹਦੀਆਂ ਹੋਣੀਆਂ ਚਾਹੀਦੀਆਂ? ਵੈਲੋਸਿਟੀ ਦੀਆਂ। ਆ ਸਾਰੇ ਦੀਆਂ ਡਿਮੈਂਸ਼ਨਸ ਕਾਹਦੀਆਂ ਹੋਣੀਆਂ ਚਾਹੀਦੀਆਂ? ਵੈਲੋਸਿਟੀ ਨੂੰ ਹੀ ਵੈਲੋਸਿਟੀ 'ਚ ਜਮ੍ਹਾਂ ਕੀਤਾ ਜਾ ਸਕਦਾ, ਰੁਪਏ ਨੂੰ ਰੁਪਏ 'ਚ ਜਮ੍ਹਾਂ ਕਰ ਸਕਦੇ ਹਾਂ, ਰੁਪਏ ਨੂੰ ਡਾਲਰ 'ਚ ਜਮ੍ਹਾਂ ਨਹੀਂ ਕਰ ਸਕਦੇ। ਇਸ ਕਰਕੇ ਆਪਣੇ ਕੋਲ ਇਹ ਵੈਲੋਸਿਟੀ ਹੋਣੀ ਚਾਹੀਦੀ ਹੈ। ਇਹਦਾ ਵੈਲੋਸਿਟੀ ਬਰਾਬਰ A ਗੁਣਾ ਟਾਈਮ, ਫਿਰ ਇਹਦਾ ਮਤਲਬ A ਕੌਣ ਹੋਇਆ? ਇਹ ਹੋਇਆ ਵੈਲੋਸਿਟੀ ਬਟਾ ਟਾਈਮ। ਤੇ ਵੈਲੋਸਿਟੀ ਬਟਾ ਟਾਈਮ ਕੌਣ ਹੁੰਦਾ? ਫਿਰ ਵੈਲੋਸਿਟੀ ਬਟਾ ਟਾਈਮ ਹੁੰਦਾ ਐਕਸਲਰੇਸ਼ਨ। ਸੋ ਵੈਲੋਸਿਟੀ ਬਟਾ ਟਾਈਮ ਕੌਣ ਹੁੰਦਾ? ਐਕਸਲਰੇਸ਼ਨ। A ਕੌਣ ਹੋਇਆ? A ਐਕਸਲਰੇਸ਼ਨ ਹੋਇਆ, ਐਕਸਲਰੇਸ਼ਨ। अच्छा, सो इधर देखिए हुण आपां क्या भी इहदे च हुण बटा आ गया, बटा
डिवाइड बी टी बटा सी जमा टी। ਹੁਣ ਜਦੋਂ ਬੀ ਟੀ ਬਟਾ ਆ ਗਿਆ ਇਹਦਾ ਮਤਲਬ ਮੰਨਿਆ ਤਾਂ ਇਹਨੂੰ ਇੱਕ ਹੀ ਟਰਮ ਜਾਣਾ, ਪਰ ਸੀ ਜਮਾ ਟੀ ਇਹਦੇ ਵਿੱਚ ਫਰਦਰ ਇੱਕ ਸਬੂਤੀ ਚੀਜ਼ ਆ, ਜੋ ਟੀ ਆ ਉਹੀ ਸੀ ਉਹ 'ਚ ਜਮ੍ਹਾਂ ਹੋ ਸਕਦਾ, ਟਾਈਮ 'ਚ ਟਾਈਮ ਜਮ੍ਹਾਂ ਹੋ ਸਕਦਾ। ਇਹਦਾ ਮਤਲਬ ਸੀ ਕੌਣ ਹੋਊਗਾ, ਸੀ ਵੀ ਟਾਈਮ ਹੀ ਹੋਊਗਾ, ਕਿਉਂਕਿ ਟਾਈਮ 'ਚ ਟਾਈਮ ਹੀ ਜਮ੍ਹਾਂ ਕੀਤਾ ਜਾ ਸਕਦਾ। ਪਰ ਉੱਪਰ ਕੀ ਆ ਬੀ ਟੀ, ਥੱਲੇ ਕੀ ਆ ਗਿਆ ਟੋਟਲ ਟਾਈਮ, ਦੋਨਾਂ ਨੂੰ ਜਮ੍ਹਾਂ ਕਰਾਂਗੇ ਤਾਂ ਟਾਈਮ ਹੀ ਆਊਗਾ। ਸੋ ਬੀ ਟੀ ਬਟਾ ਟਾਈਮ ਆਊਗਾ। ਸੋ ਇਹਦਾ ਮਤਲਬ ਕੀ ਹੋਇਆ ਕਿ ਸਮਥਿੰਗ ਬਟਾ ਟਾਈਮ ਵੈਲੋਸਿਟੀ ਆ, ਬੀ ਆ ਟਾਈਮ ਨਾਲ ਟਾਈਮ ਕੱਟਿਆ ਗਿਆ, ਮਤਲਬ ਇੱਦਾਂ ਸਮਝ ਲਓ ਆ ਵੀ ਟਾਈਮ ਨਾਲ ਟਾਈਮ ਕੱਟਿਆ ਗਿਆ, ਤਾਂ ਬੀ ਇਹ ਟੋਟਲ ਕੌਣ ਹੋਣਾ ਸੀਗਾ ਵੈਲੋਸਿਟੀ। ਸੋ ਇਹਦਾ ਬੀ ਕੌਣ ਬਣਿਆ ਫਿਰ, ਬੀ ਵੈਲੋਸਿਟੀ ਬਣਿਆ। ਸੋ ਬੀ ਜਿਹੜਾ ਹੈਗਾ ਉਹ ਵੈਲੋਸਿਟੀ ਬਣਿਆ ਫਿਰ। ਸੋ ਇਸ ਤਰ੍ਹਾਂ ਅਸੀਂ ਜਿਹੜੀਆਂ ਪ੍ਰਿੰਸੀਪਲ ਆਫ ਹੋਮੋਜੀਨਿਟੀ ਲਾ ਕੇ ਇਕੱਲੇ ਦਾ ਜੇ ਸਾਨੂੰ ਵਿੱਚੋਂ ਇੱਕ ਦੋ ਪਤਾ ਹੋਣ ਤਾਂ ਅਸੀਂ ਬਾਕੀ ਟਰਮਸ ਦਾ ਹਿਸਾਬ ਕਿਤਾਬ ਲਾ ਕੇ ਦੱਸ ਸਕਦੇ ਹੁੰਦੇ ਹਾਂ ਕਿ ਇਹਨਾਂ ਦੀਆਂ ਡਾਇਮੈਂਸ਼ਨਸ ਕੀ ਹੋਣਗੀਆਂ ਬਾਈ ਪ੍ਰਿੰਸੀਪਲ ਆਫ ਹੋਮੋਜੀਨਿਟੀ। ਸੋ ਇਹ ਤੁਹਾਨੂੰ ਇੱਕ ਨੰਬਰ ਦੇ ਵਿੱਚ ਕੁਐਸਚਨ ਪੁੱਛਿਆ ਜਾ ਸਕਦਾ ਹੈਗਾ। ਤੁਹਾਡੇ ਕੋਲ ਕੋਈ ਇੱਦਾਂ ਦੀ ਕੈਨ ਏ ਕੁਆਂਟਿਟੀ ਹੈਵ ਡਾਇਮੈਂਸ਼ਨਸ ਬਟ ਨੋ ਯੂਨਿਟਸ, ਕੀ ਕੋਈ ਇੱਦਾਂ ਦੀ ਕੁਆਂਟਿਟੀ ਫਿਜ਼ੀਕਲ ਹੋ ਸਕਦੀ ਆ ਜਿਹਦੀਆਂ ਜਿਹੜੀਆਂ ਹੈਗੀਆਂ ਡਾਇਮੈਂਸ਼ਨਸ ਤਾਂ ਹੋਣ ਪਰ ਉਹਦੇ ਯੂਨਿਟ ਨਾ ਹੋਣ। ਸੋ ਡਾਇਮੈਂਸ਼ਨਸ ਤਾਂ ਹੋਣ ਪਰ ਉਹਦੇ ਯੂਨਿਟ ਨਾ ਹੋਣ, ਕੀ ਇੱਦਾਂ ਦੀ ਕੋਈ ਫਿਜ਼ੀਕਲ ਕੁਆਂਟਿਟੀ ਹੋ ਸਕਦੀ ਆ। ਸੋ ਇਹ ਕੁਐਸਚਨ ਤੁਹਾਨੂੰ ਪੁੱਛਿਆ ਜਾ ਸਕਦਾ ਵਾ। ਸੋ ਆਪਾਂ ਕੀ ਕਵਾਂਗੇ ਕਿ ਜੇ ਉਹਦਾ ਡਾਇਮੈਂਸ਼ਨਸ ਹੋਣ ਅਤੇ ਉਹਦੇ ਯੂਨਿਟ ਹੀ ਨਾ ਹੋਣ, ਇੱਦਾਂ ਪੋਸੀਬਲ ਨਹੀਂ ਹੈਗਾ। ਸੋ ਇਹ ਪੋਸੀਬਲ ਨਹੀਂ ਹੈਗਾ। ਉਹ ਕੀ ਕਹਿੰਦਾ ਕਿ ਉਹਦੀਆਂ ਡਾਇਮੈਂਸ਼ਨਸ ਹੈਗੀਆਂ ਆ, ਇਟ ਹੈਜ਼ ਡਾਇਮੈਂਸ਼ਨਸ, MLT ਵਾਲੀਆਂ ਹੈਗੀਆਂ ਆ, ਕੁਛ ਨਾ ਕੁਛ ਹੈਗਾ 1 2 3 ਕੁਛ ਵੀ ਮਾਈਨਸ ਵਾਟ ਐਵਰ, ਇੱਥੇ ਕੁਛ ਨਾ ਕੁਛ ਲਿਖਿਆ ਹੋਇਆ ਆ, ਜ਼ੀਰੋ ਨਹੀਂ ਹੈਗੇ ਸਾਰੇ, ਨੋਟ ਇਕੁਅਲ ਟੂ ਜ਼ੀਰੋ ਆ, ਮੀਨਸ 1 2 3 -1 -2 ਸਮਥਿੰਗ ਵਾਟ ਐਵਰ, ਵੀ ਡਾਇਮੈਂਸ਼ਨਸ ਤਾਂ ਹੈਗੀਆਂ ਆ ਤਾਂ ਪਰ ਉਹਦੇ ਯੂਨਿਟ ਨਾ ਹੋਣ, ਇੱਦਾਂ ਪੋਸੀਬਲ ਨਹੀਂ ਹੈਗਾ। ਸੋ ਇਹ ਪੋਸੀਬਲ ਨਹੀਂ ਹੈਗਾ। ਸੋ ਕੈਨ ਦੇਅਰ ਬੀ ਏ ਕੁਆਂਟਿਟੀ ਵਿਚ ਹੈਵ ਡਾਇਮੈਂਸ਼ਨਸ ਬਟ ਨੋ ਯੂਨਿਟਸ, ਨਹੀਂ, ਨੋਟ ਪੋਸੀਬਲ। ਸੋ ਤੁਹਾਨੂੰ ਹੋਰ ਕੁਐਸਚਨ ਕੀ ਪੁੱਛਿਆ ਜਾ ਸਕਦਾ ਆ ਕਿ ਮੰਨ ਲਓ ਜਿੱਦਾਂ ਹੁਣ ਸਿਗਨੀਫਿਕੈਂਟ ਵਾਲਾ ਆਪਾਂ ਜੇ ਗੱਲ ਕਰ ਲਈਏ ਤਾਂ ਜਿੱਦਾਂ ਹੁਣ ਤੁਹਾਨੂੰ ਪੁੱਛ ਲਵੇ ਕਿ ਵੀ ਸਿਗਨੀਫਿਕੈਂਟ ਫਿਗਰ ਦੱਸੋ ਵੀ 7200 ਆ, ਜਿੱਦਾਂ ਇਹਦੇ 'ਚ ਕਿੰਨੀਆਂ ਸਿਗਨੀਫਿਕੈਂਟ ਫਿਗਰਸ ਹੈਗੀਆਂ ਆ। ਸੋ ਇਹਦੇ ਵਿੱਚ ਜੇ 7200 ਸਿੱਧਾ ਹੀ ਲਿਖਿਆ ਹੋਵੇ ਤਾਂ ਆਪਾਂ ਦੱਸਿਆ ਸੀ, ਕਿਉਂਕਿ ਜੇ ਮੇਜਰਮੈਂਟ ਇਹਦੇ ਨਾਲ ਕੋਈ ਯੂਨਿਟ ਨਹੀਂ ਲਿਖਿਆ ਫਿਰ ਅਸੀਂ ਆਹ ਵਾਲੇ ਜਿਹੜੇ ਜ਼ੀਰੋ ਆ ਇਹਨੂੰ ਨਹੀਂ ਗਿਣਦੇ ਹੁੰਦੇ। ਸੋ ਇਹਦੇ 'ਚ 7200 7200 ਦੇ ਵਿੱਚ ਸਿਰਫ 2 ਸਿਗਨੀਫਿਕੈਂਟ ਜਿਹੜੇ ਫਿਗਰ ਆ ਉਹ ਹੈਗੇ ਆ। ਜੇ ਆਪਾਂ ਇਹਨੂੰ ਕਿਸੇ ਚੀਜ਼ ਨੂੰ ਇੱਦਾਂ ਲਿਖੀਏ 8.000 ਸਮਥਿੰਗ ਲਿਖੀਏ ਵੀ ਸੈਂਟੀਮੀਟਰ, ਅਸੀਂ ਇਹਨੂੰ ਮੇਜਰ ਕੀਤਾ ਅਤੇ ਇੱਦਾਂ ਦਾ ਇਹਦਾ ਕੋਈ ਆਨਸਰ ਆਇਆ ਹੈਗਾ। ਇੱਕ ਤਾਂ ਇਹ ਮੇਜਰਮੈਂਟ ਤੋਂ ਆ ਗਿਆ, ਇਹਦੇ ਨਾਲ ਮੇਜਰਮੈਂਟ ਲੱਗੀ ਆ, ਇੱਕ ਡੈਸੀਮਲ ਤੋਂ ਬਾਅਦ 3 ਥਾਵਾਂ ਵੀ ਹੈਗੀਆਂ। ਇਹਦਾ ਮਤਲਬ ਇੱਥੇ 3 ਥਾਵਾਂ ਲਿਖਣ ਬੇਸ਼ੱਕ ਉਹ ਜ਼ੀਰੋ ਆ ਤਾਂ ਹੀ ਲਿਖਦੇ ਹੁੰਦੇ ਆ ਜੇ ਸਾਡਾ ਜਿਹੜਾ ਡਿਵਾਈਸ ਇੰਸਟਰੂਮੈਂਟ ਆ ਉਹ ਇਹਨਾਂ 3 ਥਾਵਾਂ ਤੱਕ ਨਾਪ ਸਕਦਾ ਹੋਵੇ। ਇਹਦਾ ਮਤਲਬ ਫਿਰ ਇਹਦੇ 'ਚ 4 ਜਿਹੜੇ ਆ ਉਹ ਬਣ ਜਾਣੇ ਆ। ਸੋ ਇਹਦੀਆਂ ਸਿਗਨੀਫਿਕੈਂਟ ਫਿਗਰਸ 4 ਬਣ ਜਾਣੀਆਂ ਹੈਗੀਆਂ ਆ। ਜੇ ਆਪਾਂ ਇੱਦਾਂ ਮੇਜਰ ਕਰਦੇ, ਮੰਨ ਲਓ 0.009 ਲਿਖਿਆ ਹੁੰਦਾ, ਸੋ ਸਾਨੂੰ ਪਤਾ ਇੱਧਰ ਵਾਲੀਆਂ ਜ਼ੀਰੋਆਂ ਸਾਰੀਆਂ ਹੀ ਦਾ ਕੋਈ ਮਤਲਬ ਨਹੀਂ ਹੁੰਦਾ। ਸੋ ਇਹ 'ਚ ਸਿਰਫ ਇੱਕ ਹੀ ਬਣਿਆ। ਸੋ ਇੱਕ ਸਿਗਨੀਫਿਕੈਂਟ ਫਿਗਰ ਆ। ਦੈਨ ਮੰਨ ਲਓ ਕਿ ਆਪਣੇ ਕੋਲ 0.00073 ਇੱਦਾਂ ਕਰਕੇ ਲਿਖਿਆ ਹੋਇਆ, ਆਹ ਵਾਲੀਆਂ ਜ਼ੀਰੋਆਂ ਦਾ ਕੋਈ ਮਤਲਬ ਨਹੀਂ ਹੈਗਾ। ਸੋ ਆਹ ਜਿਹੜਾ ਹੈਗਾ ਆਪਣੇ ਕੋਲ ਆਹ ਸਾਰੇ ਮਿਲਾ ਕੇ 5 ਬਣੇ। ਸੋ ਇੱਥੇ 5 ਜਿਹੜੀਆਂ ਸਿਗਨੀਫਿਕੈਂਟ ਫਿਗਰਸ ਆਪਣੇ ਕੋਲ ਹੈਗੀਆਂ ਆ। ਸੋ ਇਹ ਕੁਛ ਕੁਐਸਚਨ ਸੀਗੇ। ਦੈਨ ਦੇਅਰ ਮੇ ਬੀ ਇਹ ਕੁਐਸਚਨ ਲੀਸਟ ਕਾਊਂਟ ਕੀ ਹੁੰਦਾ ਆ, ਵਟ ਇਜ਼ ਲੀਸਟ ਕਾਊਂਟ। ਸੋ ਜਾਂ ਡਿਫਾਈਨ ਲੀਸਟ ਕਾਊਂਟ, ਜਾਂ ਵਟ ਡੂ ਯੂ ਮੀਨ ਬਾਈ ਲੀਸਟ ਕਾਊਂਟ। ਇਟ ਇਜ਼ ਦਾ ਲੀਸਟ ਵੈਲਿਊ, ਲੀਸਟ ਮੈਨੇ ਹੁੰਦਾ ਘੱਟ ਤੋਂ ਘੱਟ, ਲੀਸਟ ਆ ਜਿਹੜਾ ਸ਼ਬਦ ਆ ਲੀਸਟ ਮੈਨੇ ਹੁੰਦਾ ਘੱਟ ਤੋਂ ਘੱਟ, ਠੀਕ ਆ, ਲੀਸਟ। ਸੋ ਇਹਦਾ ਮਤਲਬ ਘੱਟ ਤੋਂ ਘੱਟ ਜਿਹੜਾ ਆਪਾਂ ਨਾਪ ਹੈਗਾ। ਸੋ ਇਟ ਇਜ਼ ਦਾ ਲੀਸਟ ਵੈਲਿਊ, ਇਹ ਘੱਟ ਤੋਂ ਘੱਟ ਵੈਲਿਊ ਮੁੱਲ ਹੈਗਾ ਵਿਚ ਕੈਨ ਬੀ ਮੇਜਰਡ, ਜਿਹਨੂੰ ਅਸੀਂ ਨਾਪ ਸਕਦੇ ਹਾਂ ਬਾਈ ਐਨ ਇੰਸਟਰੂਮੈਂਟ। ਕਿਸੇ ਜਿੱਦਾਂ ਫੁੱਟੇ ਨਾਲ ਜਾਂ ਕਿਸੇ ਤੱਕੜੀ ਨਾਲ ਤੁਸੀਂ ਜਾਂ ਘੜੀ ਦੇ ਨਾਲ ਟਾਈਮ ਨਾਪ ਸਕਦੇ ਹਾਂ, ਫੁੱਟੇ ਨਾਲ ਲੰਬਾਈ ਨਾਪ ਸਕਦੇ ਹਾਂ। ਸੋ ਘੱਟ ਤੋਂ ਘੱਟ ਕਿੰਨਾ ਨਾਪ ਸਕਦੇ ਹਾਂ ਉਹਨੂੰ ਲੀਸਟ ਕਾਊਂਟ ਕਹਿੰਦੇ ਆ। ਸੋ ਇਟ ਇਜ਼ ਦਾ ਲੀਸਟ ਵੈਲਿਊ, ਇਹ ਘੱਟ ਤੋਂ ਘੱਟ ਮੁੱਲ ਆ ਜਿਹੜਾ ਕਿ ਅਸੀਂ ਨਾਪ ਸਕਦੇ ਹਾਂ, ਵਿਚ ਕੈਨ ਬੀ ਮੇਜਰਡ ਬਾਈ ਐਨ ਇੰਸਟਰੂਮੈਂਟ। ਸੋ ਕਿਸੇ ਇੰਸਟਰੂਮੈਂਟ ਨਾਲ ਅਸੀਂ ਨਾਪ ਸਕਦੇ ਹਾਂ।
ਐਬਸੋਲਿਊਟ ਐਰਰ ਕੀ ਹੁੰਦਾ ਵਾ, ਜਿੱਦਾਂ ਮਤਲਬ ਇਹ ਕੁਛ ਨੂੰ ਸਾਰੇ ਤਾਂ ਨਹੀਂ ਬੋਲੇ ਜਾ ਸਕਦੇ, ਵਿੱਚੋਂ ਮੈਂ ਬੋਲਦਾ ਪਿਆ। ਇਹ ਤੁਸੀਂ ਬਾਕੀ ਆਪਣੀ ਪ੍ਰੈਕਟਿਸ ਦੇ ਲਈ ਬੁੱਕਸ ਦੇ ਵਿੱਚੋਂ ਵੱਖਰੀਆਂ ਕਿਤਾਬਾਂ ਲੈ ਕੇ ਉਹਨਾਂ 'ਚੋਂ ਪੜ੍ਹ ਸਕਦੇ ਹਾਂ, ਪੂਰੀ ਟੈਕਸਟ ਪੜ੍ਹ ਸਕਦੇ ਹਾਂ। ਉਹਦੇ 'ਚ ਲਗਭਗ ਹਰ ਲਾਈਨ ਵਿੱਚ 2 ਲਾਈਨਾਂ 'ਚ ਪੈਰੇ ਵਿੱਚ 1 2 ਨੰਬਰ ਦੇ ਕੁਐਸਚਨ ਬਣਦੇ ਹੁੰਦੇ ਆ। ਡਿਟੇਲ ਵਿੱਚ ਜੇ ਨੌਲੇਜ ਲੈਣੀ ਆ, ਜੇ ਅਸੀਂ ਸੋਚਦੇ ਹਾਂ ਕਿ ਸਾਡੇ ਪੂਰੇ ਨੰਬਰ ਆਉਣੇ ਚਾਹੀਦੇ ਆ, ਤਾਂ ਫਿਰ ਆਪਾਂ ਨੂੰ ਸਾਰਾ ਇਕੱਲਾ ਅੱਖਰ ਪੜ੍ਹਨਾ ਚਾਹੀਦਾ ਅਤੇ ਉਹਦਾ ਮਤਲਬ ਵੀ ਸਾਨੂੰ ਪਤਾ ਹੋਣਾ ਚਾਹੀਦਾ ਆ। ਸੋ ਆਪਾਂ ਗੱਲ ਕਰ ਰਹੇ ਸੀ ਐਬਸੋਲਿਊਟ ਐਰਰ ਦੀ। ਜਿੱਦਾਂ ਸੋ ਐਬਸੋਲਿਊਟ ਐਰਰ ਦਾ ਕੀ ਮਤਲਬ ਹੁੰਦਾ ਕਿ ਜਿਹੜਾ ਟਰੂ ਵੈਲਿਊ ਆ ਅਤੇ ਜਿਹੜੀ ਓਬਜ਼ਰਵਡ ਵੈਲਿਊ ਆ ਉਹਦਾ ਜਿਹੜਾ ਡਿਫਰੈਂਸ ਲੈ ਲਈਏ ਅਤੇ ਉਹ ਪੋਜ਼ੀਟਿਵ ਲਈਏ ਤਾਂ ਉਹਨੂੰ ਫਿਰ ਆਪਾਂ ਐਬਸੋਲਿਊਟ ਐਰਰ ਕਹਿੰਦੇ ਹੁੰਦੇ ਹਾਂ। ਸੋ ਇਟ ਇਜ਼ ਦਾ ਡਿਫਰੈਂਸ ਬਿਟਵੀਨ ਐਕਚੁਅਲ ਐਂਡ ਓਬਜ਼ਰਵਡ ਵੈਲਿਊ। ਸੋ ਮੰਨ ਲਓ ਕਿ ਟਰੂ ਵੈਲਿਊ ਹੈਗੀ ਆ 9.8 ਅਤੇ ਤੁਸੀਂ ਜਿਹੜੀ ਇਹ ਟਰੂ ਵੈਲਿਊ ਐਕਚੁਅਲ ਵੈਲਿਊ ਆ, ਜਾਂ ਤੁਸੀਂ ਐਵਰੇਜ ਕੱਢੀ ਆ ਉਹ ਵਾਲੀ ਵੈਲਿਊ ਆ, ਅਤੇ ਜਿਹੜੀਆਂ ਤੁਸੀਂ ਰੀਡਿੰਗ ਲਈ ਹੈਗੀ ਆ ਤੁਸੀਂ ਉਹ ਕਰਕੇ ਹਿਸਾਬ ਕਿਤਾਬ ਲਾ ਕੇ ਦੇਖਿਆ ਉਹ ਆਇਆ ਹੈਗਾ 9.6। ਤਾਂ ਫਿਰ ਤੁਸੀਂ ਇਹਨਾਂ ਨੂੰ ਘਟਾ ਕੇ ਦੇਖਿਆ ਹੋਇਆ 0.2 ਅਤੇ ਇੱਥੇ ਤਾਂ ਇਹ ਸਿੱਧਾ ਹੀ ਜਮ੍ਹਾਂ ਦਾ ਆਇਆ। ਪਰ ਮੰਨ ਲਓ 9.8 ਟਰੂ ਵੈਲਿਊ ਸੀ, ਇਹਦੇ 'ਚੋਂ ਤੁਸੀਂ ਤੁਹਾਡਾ ਹਿਸਾਬ ਕਿਤਾਬ ਲਾ ਕੇ ਜਵਾਬ ਆਉਂਦਾ 10.4, ਤਾਂ ਫਿਰ ਤੁਹਾਡਾ ਜਿਹੜਾ ਜਵਾਬ ਆਉਣਾ ਸੀ ਉਹ ਮਾਈਨਸ ਦਾ ਆਉਣਾ ਸੀਗਾ, -0.6 ਹੈ ਨਾ। ਸੋ ਆਈ ਥਿੰਕ ਇੰਨਾ ਹੀ ਬੰਨਾ, ਦੇਖ ਲਿਓ। ਸੋ ਮਾਈਨਸ, ਪਰ ਅਸੀਂ ਮਾਈਨਸ ਨਹੀਂ ਲੈਣਾ, ਅਸੀਂ ਇਹਦੇ ਆਲੇ ਦੁਆਲੇ ਮੋਡੂਲਸ ਲਗਾ ਦੇ ਹੁੰਦਾ, 2 ਇੱਦਾਂ ਡੰਡੇ ਲਗਾ ਦਿੰਦੇ ਆ, ਇਹਨੂੰ ਮੋਡੂਲਸ ਕਹਿੰਦੇ ਆ। ਸੋ ਇੱਦਾਂ ਲੈ ਲੈਣਾ ਹੁੰਦਾ ਤਾਂ ਕਿ ਜਵਾਬ ਜਮ੍ਹਾਂ ਦਾ ਹੀ ਰਵੇ, ਇਹ ਜਵਾਬ ਜਮ੍ਹਾਂ ਦਾ ਹੋ ਜਾਊਗਾ 0.6। ਸੋ ਇਹਨੂੰ ਫਿਰ ਐਬਸੋਲਿਊਟ ਕਹਿ ਦਿੰਦੇ ਆ। ਐਬਸੋਲਿਊਟ ਮੈਨੇ ਕਿ ਬਿਨਾਂ ਮਾਈਨਸ ਤੋਂ, ਮਾਈਨਸ ਦੀ ਗੱਲ ਨਹੀਂ ਆਪਾਂ ਕਰਨੀ, ਬਿਨਾਂ ਮਾਈਨਸ ਤੋਂ ਅਸੀਂ ਜਮ੍ਹਾਂ ਵਾਲੇ ਨੰਬਰਾਂ ਦੇ ਨਾਲ ਹੀ ਗੱਲ ਕਰਨੀ ਆ। ਮਾਈਨਸ ਵਾਲੀ ਜਿਹੜੇ ਮੈਥ ਦੇ ਨੰਬਰ ਆ ਉਹਨਾਂ ਦੀ ਕੋਈ ਗੱਲ ਨਹੀਂ ਕਰਨੀ। ਜਦੋਂ ਐਬਸੋਲਿਊਟ ਸ਼ਬਦ ਆ ਜਾਂਦਾ, ਐਬਸੋਲਿਊਟ ਮੈਨੇ ਹੁੰਦਾ ਮੋਡੂਲਸ ਲੈ ਲਓ ਮੈਥ ਵਿੱਚ, ਠੀਕ ਆ। ਅਤੇ ਐਬਸੋਲਿਊਟ ਮੈਨੇ ਉੱਦਾਂ ਜੇ ਆਪਾਂ ਗੱਲ ਕਰੀਏ ਤਾਂ ਫਿਰ ਉਹਦਾ ਮਤਲਬ ਇਹ ਕਹਿ ਸਕਦੇ ਪਰਮ ਸੱਚ, ਇਹ ਤੋਂ ਇਲਾਵਾ ਕੋਈ ਸੱਚ ਹੈ ਨਹੀਂ ਗਾ, ਇਹ ਪਰਮ ਸੱਚ ਆ, ਸਭ ਤੋਂ ਸ਼ੁੱਧ ਰੂਪ ਵਿੱਚ ਸੱਚਾਈ ਜਿਹੜੀ ਆ ਉਹ ਐਬਸੋਲਿਊਟ ਹੁੰਦੀ ਹੈਗੀ ਆ। ਸੋ ਇਸ ਤਰ੍ਹਾਂ ਇਹ ਕੁਛ ਇੱਕ ਜਿਹੜੇ ਕੁਐਸਚਨ ਹੈਗੇ ਆ ਉਹਨਾਂ ਨੂੰ ਆਪਾਂ ਬਰੀਫ ਕੀਤਾ ਹੈਗਾ। ਸੋ ਇੱਦਾਂ ਹੀ ਵੱਡੇ ਕੁਐਸਚਨ ਤੁਹਾਡੇ ਕੋਲ ਜੇ ਕੋਈ ਚਾਹਵੇ ਤਾਂ ਉਹ ਪੁੱਛ ਸਕਦਾ ਕਿ ਵੀ ਫਿਜ਼ਿਕਸ ਦਾ ਜਿਹੜਾ ਸਕੋਪ ਆਫ ਐਕਸਾਈਟਮੈਂਟ ਕੀ ਹੈਗਾ ਵਾ, ਜਾਂ ਫਿਜ਼ਿਕਸ ਜਿਹੜੀ ਹੈਗੀ ਆ ਉਹਦਾ ਸਾਇੰਸ ਦੀਆਂ ਹੋਰ ਬ੍ਰਾਂਚਾਂ ਨਾਲ ਕੀ ਸੰਬੰਧ ਹੋ ਸਕਦਾ ਵਾ, ਜਾਂ ਫਿਜ਼ਿਕਸ ਦਾ ਟੈਕਨੋਲੋਜੀ ਨਾਲ ਕੀ ਸੰਬੰਧ ਹੈਗਾ ਆ, ਫਿਜ਼ਿਕਸ ਤੁਹਾਡੇ ਰੋਜ਼ਮर्रा ਡੇਲੀ ਲਾਈਫ ਵਿੱਚ ਕਿੱਦਾਂ ਜਿਹੜੀ ਆ ਉਹ ਸੰਬੰਧ ਰੱਖਦੀ ਹੈਗੀ ਆ, ਜਾਂ ਤੁਹਾਡੇ ਨਾਲ ਤੁਹਾਨੂੰ ਕੁਐਸਚਨ ਪੁੱਛ ਸਟੈਂਡਰਡ ਯੂਨਿਟ ਦੇ ਕਰੈਕਟਰਿਸਟਿਕਸ ਦੱਸੋ। ਸੋ ਕਰੈਕਟਰਿਸਟਿਕਸ ਤੋਂ ਕੀ ਭਾਵ ਹੈਗਾ ਆਪਣਾ, ਸੋ ਕਰੈਕਟਰਿਸਟਿਕ ਸ਼ਬਦ ਹੈ ਇੱਕ ਕਰੈਕਟਰਿਸਟਿਕਸ। ਸੋ ਮਤਲਬ ਉਹਦੀਆਂ ਵਿਸ਼ੇਸ਼ ਗੁਣ ਜਾਂ ਵਿਸ਼ੇਸ਼ਤਾਈਆਂ, ਠੀਕ ਹੈ। ਕਰੈਕਟਰਿਸਟਿਕਸ ਆਫ ਸਟੈਂਡਰਡ ਯੂਨਿਟ। ਸੋ ਸਟੈਂਡਰਡ ਯੂਨਿਟ ਜਿਹੜਾ ਤੁਸੀਂ ਚੂਜ਼ ਕਰਦੇ ਆ, ਸਟੈਂਡਰਡ ਯੂਨਿਟ ਜਿਹੜਾ ਹੈਗਾ ਉਹਦੇ ਕੀ ਵਿਸ਼ੇਸ਼ ਗੁਣ ਕੀ ਹੋਣੇ ਚਾਹੀਦੇ ਕਿ ਅਸੀਂ ਉਹਨੂੰ ਸਟੈਂਡਰਡ ਯੂਨਿਟ ਕਹੀਏ। ਜਿੱਦਾਂ ਦਾ ਸਾਈਜ਼ ਸਹੀ ਹੋਣਾ ਚਾਹੀਦਾ, ਉਹਨੂੰ ਰੀਪਰੋਡਿਊਸ ਕਰ ਸਕਦੇ ਹੋਈਏ, ਉਹ ਚੰਗੀ ਤਰ੍ਹਾਂ ਪਰਿਭਾਸ਼ਿਤ ਹੋਣਾ ਚਾਹੀਦਾ, ਗਰਮੀ ਸਰਦੀ ਨਾਲ ਪ੍ਰੈਸ਼ਰ ਨਾਲ ਉਹਦੀ ਵੈਲਿਊ 'ਤੇ ਅਸਰ ਨਹੀਂ ਹੋਣਾ ਚਾਹੀਦਾ, ਥਾਂ ਅਤੇ ਸਮੇਂ ਨਾਲ ਉਹਨੂੰ ਬਦਲਣਾ ਨਹੀਂ ਚਾਹੀਦਾ, ਵਗੈਰਾ ਵਗੈਰਾ, ਆਰਾਮ ਨਾਲ ਉਹ ਮਿਲ ਜਾਣਾ ਚਾਹੀਦਾ। ਇੱਦਾਂ ਹੀ ਕਰੈਕਟਰਿਸਟਿਕਸ ਆਫ ਐਸ ਆਈ ਦੇ ਕੀ ਗੁਣ ਹੋ ਸਕਦੇ ਆ, ਮੇਨ ਕਰੈਕਟਰ ਜਿਹੜੇ ਆਪਾਂ ਐਸ ਆਈ ਸਿਸਟਮ ਬਣਾ ਲਿਆ ਵੀ ਐਸ ਆਈ ਦੇ ਵਿੱਚ ਆਪਾਂ ਨਾਪਦੇ ਹਾਂ ਤਾਂ ਉਹਦੇ ਕੀ ਗੁਣ ਹੋ ਸਕਦੇ ਆ। ਸੋ ਇਸ ਤਰ੍ਹਾਂ ਜਿਹੜੇ ਹੈਗੇ ਆ, ਜਾਂ ਨਿਊਕਲੀਅਰ ਫੋਰਸ ਜਿਹੜਾ ਹੈਗਾ ਉਹਦੇ ਕੀ ਗੁਣ ਹੋ ਸਕਦੇ ਆ, ਪਾਰਸੈਕ ਅਤੇ ਲਾਈਟ ਈਅਰ ਅਤੇ ਐਸਟਰੋਨੋਮੀਕਲ ਯੂਨਿਟ ਵਿੱਚ ਕੀ ਸੰਬੰਧ ਹੋ ਸਕਦਾ ਵਾ। ਸੋ ਇਕੋ ਮੈਥਡ ਜਿਹੜਾ ਵਾ ਲੰਬਾਈ ਨਾਪਣ ਦਾ ਉਹ ਕੀ ਹੁੰਦਾ ਹੈਗਾ ਵਾ, ਡਿਫਾਈਨ ਐਕਸਪਲੇਨ ਇਕੋ ਮੈਥਡ ਫੋਰ ਮੇਜਰਮੈਂਟ ਆਫ ਡਿਸਟੈਂਸ। ਇਹ ਥੋੜ੍ਹੇ 2-4 ਲਾਈਨਾਂ ਵਾਲੇ ਕੁਐਸਚਨ ਬਣ ਜਾਣਗੇ, ਇਹਨਾਂ ਵਿੱਚ ਤੁਹਾਨੂੰ ਥੋੜ੍ਹਾ ਜਿਹਾ ਲਿਖਣਾ ਜ਼ਿਆਦਾ ਪਊਗਾ। ਸੋ ਇਹ ਕਿਉਂਕਿ ਜ਼ਿਆਦਾ ਹੈਗੇ, ਸਿੱਧੇ ਹੀ ਤੁਸੀਂ ਬੁੱਕ ਦੇ ਵਿੱਚੋਂ ਇਹਨਾਂ ਦੀ ਸਟੱਡੀ ਕਰ ਸਕਦੇ ਹੋ, ਉੱਥੋਂ ਪੜ੍ਹ ਸਕਦੇ ਹੋ। ਸੋ ਸ਼ਾਰਟ ਕੁਐਸਚਨ ਵਿੱਚ ਆਪਾਂ ਨੂੰ ਪ੍ਰੋਬਲਮ ਆਉਂਦੀ ਆਮ ਕਰਕੇ। ਫੰਡਾਮੈਂਟਲ ਯੂਨਿਟਸ ਅਤੇ ਡਰਾਈਵਡ ਯੂਨਿਟ ਕੀ ਹੈਗੇ ਆ, ਇਹਨਾਂ ਦੀ ਡੈਫੀਨੇਸ਼ਨਸ ਤੁਸੀਂ ਦੇਖ ਸਕਦੇ ਹੋ ਬੁੱਕ ਦੇ ਵਿੱਚੋਂ ਹੀ। ਫਿਰ ਡਿਮੈਂਸ਼ਨਸ ਹੈਗੀਆਂ ਵੱਖਰੀਆਂ ਜਿਹੜੀਆਂ 40-50 ਡਿਮੈਂਸ਼ਨਲ ਫਾਰਮੂਲੇ ਹੈਗੇ ਆ, ਡਿਮੈਂਸ਼ਨਸ ਕੀ ਹੁੰਦੀਆਂ, ਡਿਮੈਂਸ਼ਨਲ ਫਾਰਮੂਲਾ ਕੀ ਹੁੰਦਾ ਹੈਗਾ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹਨਾਂ ਨੂੰ ਤੁਸੀਂ ਦੇਖ ਲੈਣਾ ਬੁੱਕ ਦੇ ਵਿੱਚੋਂ ਹੀ। ਸੋ ਇੱਦਾਂ ਕਰਕੇ ਜਿੰਨਾ ਅਸੀਂ ਪੜ੍ਹਦੇ ਹਾਂ ਉਹ ਸਾਰੀਆਂ ਗੱਲਾਂ ਬਾਤਾਂ ਇਹਨਾਂ ਦੇ ਤੁਹਾਡੇ ਕੋਲ ਵੱਖਰੇ ਡਿਟੇਲ ਵਿੱਚ ਕੁਛ ਵੀਡੀਓ ਵੀ ਭੇਜੇ ਹੋਏ ਆ, ਐਰਰ ਅਨਾਲਿਸਿਸ ਦੇ ਵੀ ਬਣਾਏ ਹੋਏ ਆ, ਹੋਰ ਵੀਡੀਓਜ਼ ਵੀ ਹੈਗੇ ਆ, ਉਹ ਵੀ ਤੁਸੀਂ ਇਸੇ ਚੈਨਲ ਦੇ ਉੱਪਰ ਦੇਖ ਸਕਦੇ ਹੈਗੇ ਹੋ। ਸੋ ਉਹਨਾਂ ਨੂੰ ਵੀ ਦੇਖੋ, ਚੀਜ਼ਾਂ ਨੂੰ ਸਮਝੋ,
ਪਰ ਜਿਹੜੀ ਬੁੱਕ ਆ ਉਹਨੂੰ ਜ਼ਰੂਰ ਪੜ੍ਹਨਾ ਹੈਗਾ ਆ। ਸਮਝਣ ਦੀ ਗੱਲ ਅਲੱਗ ਹੁੰਦੀ ਆ ਅਤੇ ਜਦੋਂ ਲਿਖਣਾ ਪੈਂਦਾ ਉਦੋਂ ਜੇ ਅਸੀਂ ਪੜ੍ਹਿਆ ਹੋਵੇ, ਅੱਖਰਾਂ ਦੀ ਪਛਾਣ ਹੋਵੇ। ਹੁਣ ਜਦੋਂ ਆਹ ਕਰੈਕਟਰਿਸਟਿਕ ਸ਼ਬਦ ਮੈਂ ਇੱਥੇ ਲਿਖੇ ਜਾਂ ਸਪੈਲਿੰਗ ਲਿਖੇ ਜਾਂ ਹੋਮੋਜਿਨਿਟੀ ਦੇ ਸਪੈਲਿੰਗ ਲਿਖੇ, ਇਹ ਕਿਉਂਕਿ ਹੌਲੀ ਹੌਲੀ ਅਸੀਂ ਇੰਗਲਿਸ਼ ਵਿੱਚ ਆਉਂਦੇ ਹਾਂ ਅਤੇ ਸਾਨੂੰ ਸਪੈਲਿੰਗ ਕਈ ਵਾਰੀ ਸਮਝ ਹੀ ਨਹੀਂ ਲੱਗਦੇ ਇਹਨੂੰ ਬੋਲਣਾ ਕੀ ਆ। ਇਸ ਕਰਕੇ ਬੋਲਣ ਦਾ ਇਹ ਫਾਇਦਾ ਹੁੰਦਾ ਕਿ ਜਦੋਂ ਅਸੀਂ ਬੋਲ ਰਹੇ ਹੁੰਦੇ ਹਾਂ ਅਤੇ ਤੁਹਾਨੂੰ ਉਹ ਚੀਜ਼ਾਂ ਸਮਝ ਲੱਗ ਜਾਣ। ਅਤੇ ਪੜ੍ਹਨਾ ਜ਼ਰੂਰ ਹੈਗਾ, ਬੁੱਕਸ ਜ਼ਰੂਰ ਲਓ, ਬੁੱਕਸ ਤੋਂ ਪੜ੍ਹੋ, ਬੁੱਕਸ ਦੇ ਵਿੱਚੋਂ ਸਪੈਲਿੰਗ ਯਾਦ ਕਰੋ, ਇਕੱਲੇ ਇਕੱਲੇ ਅੱਖਰ ਨੂੰ ਬੋਲ ਕੇ ਦੇਖੋ, ਜੇ ਨਹੀਂ ਬੋਲਣਾ ਆਉਂਦਾ ਤਾਂ ਟੀਚਰ ਨਾਲ ਡਿਸਕਸ ਕਰੋ। ਸੋ ਤਾਂ ਆਪਣੀ ਜਿਹੜੀ ਗੱਲਬਾਤ ਸਹੀ ਹੋਣੀ ਆ, ਤਾਂ ਅਸੀਂ ਸਹੀ ਢੰਗ ਨਾਲ ਲਿਖ ਪਾਵਾਂਗੇ ਅਤੇ ਨੰਬਰ ਵੀ ਸਹੀ ਮਿਲਣਗੇ। ਨੰਬਰ ਤਾਂ ਹੀ ਸਹੀ ਮਿਲਣੇ ਆ ਜੇ ਅਸੀਂ ਲੈਂਗੁਏਜ ਵੀ ਸਹੀ ਲਿਖੀ ਹੋਵੇ। ਥੈਂਕ ਯੂ।